सब किछ होवे तेरा पाना सब किछ होवे मन हट कीते अंत विगोवे मन हट कीते अंत विगोवे हम पापी बख्शनहारे हम पापी तुम बख्शनहारे आप करे सच अलख पारे सच अलख पार हो पापी तू बख्शनहारे हो पापी तू बख्शनहारे मन मुख की बात कूड़ गया पी मन मुख की बात कूड़ गया पी बिन हर सिमरन पाप संभावे बिन हर सिमरन पाप संभावे ओ पापी तुम बख्शनहारे सतनाम श्री वाहिगुरु दंडौत बंधन अनक वार सर्व कला सम्राट डोलन तेरा क्यों प्रभु नानक दे कर हाथ मैं उस सिरजनहार दी कुदरत तो करवाना हवा बीच कलियारता बिन थमियो असमान एक गल ना समझ दी मेरी अकल मलीना किस बिद उस बेअंत ने जल पर तरी जमीन करन जगत विच चानना एक सूरज एक चंद ते एक जाशिप जामदे नहीं दस्यों दी कंद ऊपर नदियां झीलना नहीं समुंदर कोई मैनू सख्त घरानियां बारिश किस विद होई स्वाली दर ते आखड़े हो कर सख्त यदीना विद्या शैरी सुर मिठी बख्श गुरु गुण कीन आंज सौ सौ पार नाम रंगला जहान जिन पंज वेड़ शीस मैन वाकर सचे नु याद तेर जिद बिंद जिद कुख चो जन्म ले स्वर्ग मिलन मां पिता दा कर धन्नवाद ईस
ਦੂਸਰਾ ਨੰਬਰ ਜਿਹੜਾ ਵਿਦਿਆ ਪੜਾਉਣ ਵਾਲਾ, ਕਾਗਤੋਂ ਹਨ ਸਜੋ ਬਣਾਉਣ ਵਾਲਾ ਉਸਤਾਦ। ਬਾਬੂ ਜੀ ਖਲਾਰ ਦੇ ਫਲਾਵਰ ਦੀਵਾਨ ਵਿੱਚ ਚੋਗ ਲੈਣ ਕਵੀ ਪ੍ਰਚਾਰਕ ਸੰਤ ਸਾਧ। ਵਿਦਿਆ ਤੋਂ ਹੀਣ ਪਰ ਕਾਮਲ ਯਕੀਨ ਵਾਲੀ, ਲੈ ਕੇ ਨਾਮ ਕਾਵਤਾ ਦਰਿਆ ਚ ਬੇੜੀ ਤਾਰ ਲੀ। ਗਣਾ ਦੀ ਪਰਖ ਨਾ ਦਗਦ ਦੀ ਖਬਰ, ਕੋਈ ਕਾਵਦਾ ਗ੍ਰੰਥ ਨਾ ਗ੍ਰਾਮਰ ਵਿਚਾਰ ਲਈ। ਪਰ ਯਾਦ ਵਾਂਗੂ ਲਾਲ ਟੱਕਰ ਪਹਾੜ ਨਾਲ, ਰੱਬ ਦੇ ਪਰੂ ਸਿਕੰਦਰੀ ਤਦੀ ਅਸਾਰ ਲਈ। ਰੋਲ ਦੂਦਲੀ ਪਪੰਚ ਜਥੇ ਦਾ ਬਸੰਤ ਸਿੰਘ, ਗੁਰਾਂ ਦਾ ਮੰਗਲ ਕਰਨਾ ਦਲੀਲ ਤਾਰ ਲਈ। ਦਸਾਂ ਪਾਤਸ਼ਾਹੀਆਂ ਦੇ ਸਰੂਪ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਛਤਰ ਛਾਇਆ ਥੱਲੇ ਸਜੀ ਹੋਈ ਗੁਰੂ ਦੀ ਸਾਜੀ ਨਿਵਾਜੀ ਸਾਧ ਸੰਗਤ ਜੀ, ਆਓ ਦਾਸਾਂ ਦੀ ਤੇ ਆਪਣੀ ਹਾਜ਼ਰੀ ਮਾਲਕ ਦੇ ਦਰ ਪ੍ਰਵਾਨ ਕਰਵਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਗਾਹੀ ਬਾਣੀ ਰੱਬੀ ਬਾਣੀ ਦਾ ਆਨੰਦ ਕੀਰਤਨੀ ਜਥੇ ਰਾਹੀਂ ਆਪ ਮਾਣ ਰਹੇ ਸੋ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ 'ਚ ਪਹਿਲੀ ਕਵਿਤਾ ਪ੍ਰਾਰਥਨਾ ਦੀ। ਜਦੋਂ ਸਮਰਾਟ ਔਰੰਗਜ਼ੇਬ ਬਹੁਤ ਵੱਡੇ ਜ਼ੁਲਮ ਸੰਸਾਰ ਦੇਸ਼ ਦੇ ਭਾਰਤ ਤੇ ਢਾ ਰਿਹਾ ਸੀ, ਤੇ ਚੋਜੀ ਪਾਤਸ਼ਾਹ ਨੇ ਉਸ ਧਰਮ ਨੂੰ ਆਪਣੇ ਇੱਕ ਇੱਕ ਕਤਰੇ ਨੂੰ ਵਹਾ ਕੇ ਇਸ ਤਰ੍ਹਾਂ ਪ੍ਰਫੁੱਲਤ ਕੀਤਾ। ਆ ਵਿੱਚ ਪਟਨੇ ਸ਼ਹਿਰ ਦੇ ਜਨਮ ਲਿਆ ਦਸਵੇਂ ਲੈਣ ਸਜਾ ਕੰਗਾ ਕੜਾ, ਕਰਦ ਕੇ ਸ਼ਹਿਰਾਂ ਕੇਸ। ਕਮਾਂ ਦੀ ਕੁੱਖ ਲੈ ਜਨਮ ਪਾਟਣੇ ਜੀ ਦਾ ਸੰਵੇਸ ਕਿੰਗ ਨੇ, ਪਾਪ ਦੇ ਬਿਰਛ ਸੀ ਜੜਾ ਤੋਂ ਕੱਟਣੇ ਗੁਰੂ ਗੋਬਿੰਦ ਸਿੰਘ ਨੇ। ਹੋਲ ਸ਼ੂਦਰ ਵਿਪਰ ਪੜੇ ਇੱਕ ਪੱਤਰੀ ਪਰਮ ਚ ਕੇਸ ਨੇ, ਹਿੰਦ ਤੇ ਧਰਮ ਦੀ ਖਲਾਰੀ ਛਤਰੀ ਗੁਰੂ ਜੀ ਦਾ ਸੰਵੇਸ ਨੇ। ਪਿਆਰੋ ਚੱਕਿਆ ਜਾਵੇ ਕਿਸੇ ਜ਼ੁਲਮੀ ਦਾ ਰਾਜ, ਨਾ ਦਲੇਰ ਰਾਜੇ ਤੋਂ ਬਿਨਾ ਹੋਵੇ ਚੰਗੂ ਕਿਸੇ ਕੌਮ ਦਾ ਇਲਾਜ, ਨਾ ਪਨਾਥ ਸਾਜੇ ਤੋਂ ਬਿਨਾ। ਹੋਲ ਕੰਗਾ ਕੜਾ ਜਾਵੇ ਕਿਰਪਾਨ ਕਤਰੀ ਸਜੇ ਕੇ ਸ਼ਹਿਰ ਕੇਸ ਨੇ, ਹਿੰਦ ਤੇ ਧਰਮ ਦੀ ਖਲਾਰੀ ਛਤਰੀ ਗੁਰੂ ਜੀ ਦਾ ਸੰਦੇਸ਼ ਨੇ। ਹਾਂ ਬਈ ਹੋ ਗਏ ਹੈ ਤਤਾਰੀ ਦਗੇ ਬਾਜ ਚਿੱਤ ਦੇ ਸ਼ੁਰੂ ਮੰਦਰ ਢਾਉਣ ਤੇ, ਸਵਾ ਮਾਣ ਲੈਂਦੇ ਸੀ ਜਿੰਦੇ ਉਹ ਨਿੱਤ ਦੇ ਨਾ ਤਿਲਕ ਲਾਉਣ ਤੇ। ਉਦੋਂ ਵੈਸ਼ ਤੇ ਪਰਿਮਣ ਡਰਾਲੇ ਖੱਤਰੀ ਹਮੇਸ਼ਾ ਦੇ ਕਲੇਸ਼ ਨੇ, ਹਿੰਦ ਤੇ ਧਰਮ ਦੀ ਖਲਾਰੀ ਛਤਰੀ ਗੁਰੂ ਜੀ ਦਾ ਸੰਦੇਸ਼ ਨੇ। ਪਿਆਰੋ ਨਿੱਤ ਪਾਈ ਰੱਖਦੇ ਪਠਾਨ ਕਹਿ ਜੀਏ ਕਰਨ ਬਰਬਾਦੀਆਂ, ਕੁੱਲ ਹਿੰਦੂ ਜਾਤੀ ਤੇ ਲਗਾਤੇ ਜੈ ਜੀਏ ਜਗਤਿਆਂ ਪੱਖਵਾਦੀਆਂ। ਉਹ ਸਾਰੀ ਹਿੰਦ ਵੈਣ ਫੇਰਦੀ 75 ਸਹਾਰੇ ਦੁੱਖ ਦੇਸ ਨੇ, ਹਿੰਦ ਤੇ ਧਰਮ ਦੀ ਖਲਾਰੀ ਛਤਰੀ ਗੁਰੂ ਜੀ ਦਾ ਸੰਦੇਸ਼ ਨੇ। ਹਾਂ ਬਈ ਕਾਕੀਆਂ ਚੱਕਣ ਕਰ ਲਾਉਂਦੇ ਬਾਵਲਾ ਕਰਨ ਗਾਂਧੀ ਹੱਤਿਆ, ਟਕੇ ਟਕੇ ਵੇਚਦੇ ਲਿਜਾ ਕੇ ਕਾਬਲ ਗਈ ਨਿਕਲ ਸੱਤਿਆ। ਉਹਨੇ ਰੋਜ਼ੀਆਂ ਮੜਾ ਲੀਆਂ ਨਰੈਣੋ ਆਤਰੀ ਦਰ ਦੀ ਨਰੇਸ਼ ਨੇ, ਹਿੰਦ ਤੇ ਧਰਮ ਦੀ ਖਲਾਰੀ ਛਤਰੀ ਗੁਰੂ ਜੀ ਦਾ ਸੰਦੇਸ਼ ਨੇ। ਪਿਆਰੋ ਨਾਚ ਕਰਵਾਉਂਦੇ ਸੀ ਬਲਾ ਕੇ ਤੀਆਂ ਜੀ, ਸੋਗ ਪੈ ਗਈ ਅਰਸ਼ ਮੇਂ ਉਦੋਂ ਦੀਆਂ ਲੱਗੀਆਂ ਲੱਗਣ ਤੀਆਂ ਜੀ ਭਾਰਤ ਵਰਸ਼ ਮੇਂ। ਉਦੋਂ ਉੱਤਮ ਕੋਲਾਂ ਦੀ ਕਾਰਨ 72 ਇਮਾਰਤ ਮਲੇਸ਼ ਨੇ, ਹਿੰਦ ਤੇ ਧਰਮ ਦੀ ਖਲਾਰੀ ਛਤਰੀ ਗੁਰੂ ਜੀ ਦਾ ਸੰਦੇਸ਼ ਨੇ। ਪਿਆਰੋ ਨੀਤ ਬਾਦਲੀ ਪਲੀਤ ਗੰਗੂ ਗੰਧ ਦੀ ਮੋੜੀ ਪੱਟੀ ਜੇ ਪਾਪੀ ਦੀ, ਨਾਲੇ ਬੇੜੀ ਬੈਗੀ ਪਾਜੀ ਸੁਚਾਨੰਦ ਦੀ ਸੂਬੇ ਦੇ ਮਲਾਪੀ ਦੀ। ਉਹਨੇ ਮਾਰ ਤੇ ਤਲਾਰ ਦੋ ਕੰਧਾਂ ਚ ਕਾਤਰੀ ਬਜੀਤੇ ਦੀ ਅੜੇਸ ਨੇ, ਹਿੰਦ ਤੇ ਧਰਮ ਦੀ ਖਲਾਰੀ ਛਤਰੀ ਗੁਰੂ ਜੀ ਦਾ ਸੰਦੇਸ਼ ਨੇ। ਪਿਆਰੋ ਆਫਰੀਨ ਗੜ ਸਿੱਖੀ ਦੇ ਅਸਾਰ ਤੇ ਜੀ ਪਿਆਰੀ ਜਿੰਦ ਦੇ, ਮਾਤਾ ਪਿਤਾ ਚਾਰੇ ਨੌ ਨਿਹਾਲ ਵਾਰ ਤੇ ਉਤੋਂ ਦੀ ਐਸ ਹਿੰਦ ਦੇ। ਹੁਣ ਜੁੱਤ ਸੀ ਮਚਾ ਦਾ ਤਾਰ ਕੇ ਤੇ ਜਾਤਰੀ ਲੱਗੇ ਜ਼ੁਲਮ ਮੇਸ ਨੇ, ਹਿੰਦ ਤੇ ਧਰਮ ਦੀ ਖਲਾਰੀ ਛਤਰੀ ਗੁਰੂ ਜੀ ਦਾ ਸੰਦੇਸ਼ ਨੇ। ਪਿਆਰੇ ਰੱਤ ਸਿੱਖ ਕੌਮ ਨੇ ਬੱਚਿਆਂ ਦੀ ਵਾਰਤੀ
बेहसाबी सूबे ते सूरमिया दे जिंदड़ी नसार करती जी पंजाबी सूबे ते बाबू सरकार ना करेंदी मतरी बड़ा लिखा परेसने हिंद ते धर्म दी खलारी छतरी गुरु जी दस मेस ने सत संगियो कल दे दीवान च बाबा बिधि चंद दी बहादरी दा जो साका सी वो सुपूर्ण होया। अज नवी इतिहास की कड़ी नूं आरंभ करन लगे हैं। शहीदां दे सरताज साहब श्री गुरु पंचम पातशाह साहब श्री गुरु अर्जन देव महाराज उन्हां दा साका किस गल ते होया जिथों सिख इतिहास ने करवट लिया, सिख इतिहास ने मोड़ खादा। पहला सिख धर्म का कम सी सिमरन करना, सिमरन करवाउणा, बंदगी करनी, दान करना, दान करवाउणा। इसे तरह पीर मरीदी की मर्यादा चली आ रही। उस तो बाद इस इतिहास के मध्य च आके पंचम पातशाह के उत्ते एडा वड्डा तशद्दद होया जो सब तो सिख धर्म अंदर पहली शहादत देने वाले साहब श्री गुरु पंचम पातशाह महाराज साहब श्री गुरु अर्जन देव जी। आओ उस दे साके दा जो अथान का है तमहीद है इस तरह है। अर्जन दे गुरु पंच में किने शहादत ओ हाँ जी दास दास चेनो पर नाम लख सिंह मेहरबान का बता कवि नु बख्शी बैठेगी सरस्वती बुल्ला ते दीदी पंज में गोरा दी शेडली शहीदी ओ हाँ पैसेट डोन हो जियो सरो त्यो नेड़िया सच्चिया गोरा दा पर संग छेड़िया लियाउंदी ता शरीफा टोली विधी विधी पंज में गोरा दी शेडली शहीदी प्यारो दुआने च खलारानी फुल्लां दी टोकरी सफिशेंट खासा पूजना बाजो करी जो नाम कलावे सो पुत्र ती दिया पंज में गोरा दी शेडली शहीदी पैकिंग जहांगीर चंदू दी मानिस्टरी आरजन देव दी सणावा हिस्टरी जिंद दे के जीने तार खरीदी पंज में गोरा दी शेडली शहीदी प्यारो सौट दे के चंदू ने गोरा नु निंदिया लाने चाबी पाप दी तार जिंदया हाथ तो के पै गया मगर की दिया पंज में गोरा दी शेडली शहीदी प्यारो बोरे हुंदी ते पताया चना चेत पेंगे हेठों तवी ऊपरों गार मारे तो पे थोड़े वांगू फिस्से ना मजाल की दिया पंज में गोरा दी शेडली शहीदी चंदू दे जोला मादा काशत जार गए छाले पै गए बग्गे मोखाण्या वार गए डंडी पार लोगों बना गे सीधी पंज में गोरा दी शेडली शहीदी प्यारो रावी के न होण माला ले गए हाथ में बाज मारे होनी ने चढ़ा ले रात में बाबू जी लाहौर च समाद जी दिया पंज में गोरा दी शेडली शहीदी शहनशाहां ते जो तशद्दद होया वो कुछ गल्लां इस अथानका दी कविता च अपने सरवण करियां। समा लंघदा गया। अकबर दे समय साहब श्री गुरु अर्जन देव महाराज ते बेअथा शिकायतां होईयां। हिंदू भरावां वन्नियों बड़ियां शिकायतां होईयां, पादरियां वन्नियों कि जदों सुबह उठ के कीर्तन करदे आ, जोड़ी वजदी है, शैणे वजदे आ, साडे देवी देवते पै भीत हो के मंदिर च हाਜ਼ਰ नहीं हुंदे। इसे तरह इन्हां दे वड्डे भराता वन्नियों शिकायतां कीतीआं गईयां। अकबर दे दरबार च गद्दी दा हकदार मैं सी।
मेरा भरा बदो बदी कब्जा करे बैठा है। इसलिए प्यारो, जदों संसार दे लोकां ने तां दुश्मन होना ही होना है, वो कुछ नहीं बिगाड़ सकते हुंदे, पर आप दा एक मैंबर भी दुश्मन हो जावे तो वो सारी अंश नूं तबाह कर दिंदा है। दानिशमंदां दी कहावत है, दैसर मारियो रण दे कर दे पेत। जे एक भविष्ण लंकेश बादशाह दा विरोधी ना हुंदा, अवतार हुंदियां होयां भी शायद वह लंकेश नूं फतेह ना कर सकते रामचंद्र जी। अज दी भी इहो ही हालात है, जदों अपना कोई अंसर गुदारी करदा है उदों कौम बहुत पछां चली जाती है, बहुत पछड़ जाती है। सो इस करके साहब श्री गुरु पंचम पातशाह ते ऐसा भी समा आया जदों के पृथ्वी चंद दे बंदियां ने कोई भी दसबंध हरमंदर साहब नहीं पहुंचण दिता। इथों तिकर कि संगत ने कई डंग भुखियां भी गुजारा करना पिया। सो उस समय शहनशाहां दे बहुत वड्डी देन है। इस सिर दे नाल सिदक नाल जिन्हां ने सेवा निभाई वो उही जाणदे अज दे हालात वांगू। असीं भावें वख-वख गल्लां करी जांदे हां। दरअसल पंजाब दे विच ऐसी हालत होई सैक्शन वेले किसी नूं गेट तो बाहर नहीं निकलण दिता गया। असल जो कुछ अमृतसर वापरिया वो जिन्हां ते वापरिया या उन्हां नूं पता है, या फौज वालियां नूं पता ते या फिर अकाल पुरख नूं पता है। साडियां तां सुनो सुनाई गल्लां हन। इस करके असलीयत गल हाले ताईं लोकां नूं लभदे नहीं। लोके पंबल भूसे खा रहे हैं, भुलेखियां च पए है, कितों कोई गल सुन जाती, कितों कोई सुन जाती है। ऐसे इनकलाब दे विच हुंदा ही हुंदा है। सो गुरु खालसा जी कृपा करे, अकाल पुरख सच्चे पातशाह इस कौम नूं कोई रस्ता देवे, इस कौम नूं कोई सेध देवे, ये कौम अपनी मंजिल ते पहुंचे। आओ जो कर कहानी छेड़ी है, इस दे समय लंघदे लंघदे बाद साहब श्री गुरु हरगोबिंद साहब जी मेरी पीरी दे मालिक 11 साल दे हो गए। उस पास्यों चंदू शाह दीवान की लड़की वर प्राप्त हो गई, मटियार हो गई। उन्होंने लागियां नूं बुला के बहुत सुंदर ते उच्चा घराना रिश्ता टोलण बारे कहा। लागी बहुत दूर दराज तक चक्कर मारते रहे, पर फिरदे फिरदे अमृतसर पहुंच गए। अकाल तख्त के अगे दीवान सजिया। इस महान तीर्थ स्थान का नाम सुन के लागी इत्थे पहुंच गए। दीवान सजिया है, रागी कीर्तन कर रहे हैं, जिस तरह भाई गुरमेल सिंह जी हुणे हुणे रब्बे बाणी दरगाही बाणी का कीर्तन कर रहे सन। बाणी दे विच इन्नी बरकत है, बाणी दे विच इन्नी मठास है, इन्नी खिच है। किन्ने भी तपे हिरदे वाला पत्थर दिल भी जीव क्यों ना इस संगत पहुंच जावे। पर ये बाबे दी बाणी सचखंड चो लियांदी गुरु नानक देव दी बाणी, भगतां दी बाणी उन्हां पत्थरां नूं भी पिघला दिंदी है। सो इस संगत दे विच आके जदों उन्हां ने गुरबाणी दा आनंद माणिया, लागियां ने उन्हां दी आत्मा शुद्ध हो गई, उन्हां नूं शांति मिली, आनंद मिलिया। ते साहब श्री गुरु हरगोबिंद साहब महाराज इस संगत दे विच सुशोभित है। दीवान की समाप्ति बाद सिखां तो पूछिया गया इन्हां लागियां ने कि शहजादा कौन है। उन्हां सिख संगतां ने दसिया पंचम पातशाह दा अकलौता सुपुत्र हरगोबिंद साहब हन। फिर पूछिया इस साहबजादे वास्ते मालका ने अज तक कोई रिश्ता लिया या नहीं लिया। सिख कोले रहने वाले सी, पता सी। कहने लगे भाई साहब हाले रिश्ता कोई नहीं लिया। आओ प्यारो तवज्जो ना तकना। दिल्लियों चल के घुम घुमा के लागियां ने अमृतसर पहुंचना। दीवान की शोभा देख के, हरगोबिंद साहब नूं देख के, जो चंदू शाह दीवान ने कहा सी मेरा होने वाला जवाई इहो जिहा होनहार होवे, इन्ना शक्लबंद होवे, उसदा सानी कोई सैकड़ियां चों एक होवे। बाकी जिस घरे तुसीं रिश्ता करना वो बहुत उच्ची कुल होवे, बहुत उच्चा घराना होवे। आओ प्यारो तवज्जो ना तकना। लागियां नूं जे किते लड़का मिलदा है अते वो खानदानी या घर नहीं चंगा मिलदा, जे घर चंगा मिलदा है तो उत्थे लड़का नहीं चंगा मिलदा। सारियां चीज़ां एक थां इकट्ठियां मिल नहीं सकदियां, कोई ना कोई जरूर कसर पै जाती है। आखिर इस घर विच आके, इस रहमतां दे दरबार ते आके
ਉਹਨਾਂ ਦੀ ਲਾਗੀਆਂ ਦੀ ਸਾਰੀ ਇੱਛਾ ਪੂਰੀ ਹੋਈ। ਸੋਚਣ ਲੱਗੇ ਐਦੂ ਵੱਡਾ ਘਰਾਣਾ ਨਹੀਂ ਮਿਲਣਾ, ਐਦੂ ਸੁੰਦਰ ਲੜਕਾ ਨਹੀਂ ਮਿਲ ਸਕਦਾ। ਇਸ ਕਰਕੇ ਇਹ ਪਾਤਸ਼ਾਹਾਂ ਦੇ ਪਾਤਸ਼ਾਹ ਹਨ। ਇੱਕ ਤਾਂ ਹੁੰਦੇ ਆ ਰਾਜੇ ਮਹਾਰਾਜੇ, ਇੱਕ ਹੁੰਦਾ ਬਾਦਸ਼ਾਹ, ਇੱਕ ਹੁੰਦਾ ਪਾਤਸ਼ਾਹ, ਰਾਜਾਂ ਦਾ ਵੀ ਰਾਜਾ। ਇਸ ਕਰਕੇ ਐਦੂ ਵੱਡਾ ਹੋਰ ਘਰਾਣਾ ਦੀਵਾਨ ਨੂੰ ਕਿਹੜਾ ਥਿਆ ਸਕਦਾ ਹੈ। ਆਓ ਪਿਆਰੋ, ਮਨ ਦੇ ਵਿੱਚ ਲਾਗੀ ਵਿਚਾਰਾਂ ਕਰਦੇ ਹੈ ਤੇ ਉਸ ਸਾਹਿਬਜ਼ਾਦੇ ਨੂੰ ਤੇ ਇਸ ਰੌਣਕ ਨੂੰ ਦੇਖ ਕੇ ਉਹਨਾਂ ਦੇ ਮਨ ਵਿੱਚ ਆ ਗੱਲਾਂ ਆਈਆਂ। ਲਾਈ ਚੰਦੋਗ ਨਾ ਲੱਗਿਆ ਅੰਮ੍ਰਿਤਸਰ ਸ਼ਹਿਰ, ਘਰ ਵਿੱਚ ਅਰਜਨ ਦੇਵ ਦੇ ਲੱਗੀ ਦੀ ਲਹਿਰ। ਇਹ ਦਿੱਲੀ ਬਾਦਸ਼ਾਹ ਦਾ ਦਾਨ ਚੰਦੂ ਕਰੇ ਤੀ ਦਾ ਦਾਨ, ਨਾਈ ਪਾਲ ਦਾ ਮਹਿਮਾਨ ਅੰਮ੍ਰਿਤ ਸਰ ਗਿਆ। ਦੇਖ ਕੇ ਗੋਰਾਂ ਦਾ ਫਰਜ਼ੰਦ ਠਰ ਗਿਆ। ਗੁਰੂ ਜੀ ਦੀ ਜਾਨ ਜਿੰਦ ਸੋਹਣਾ ਨਹਰ ਗੋਬਿੰਦ, ਆ ਗਿਆ ਵੇਖ ਕੇ ਪਸੰਦ ਪੁੱਤ ਪਿਆਰਾ ਗੁਰ ਦਾ। ਸੋਹਣਾ ਲੱਗੇ ਨਾਈ ਨੂੰ ਦਲਾਰਾ ਗੁਰ ਦਾ। ਅਜੇ ਲਹਿਰੀ ਜੀ ਉਮਰ ਮੂੰਹ ਤੇ ਜੁਲਫਾਂ ਚਮਰ ਪਾਉਂਦਾ ਫੇਰਦਾ ਤੁਮਰ ਯੂਸਫ ਮਿਸਰ ਦਾ। ਜਿਹੜਾ ਦੇਖ ਲੈਂਦਾ ਦਿਲੋਂ ਨਾ ਵਿਸਰਦਾ। ਉੱਚੀ ਕੌਮ ਸੁੱਚੀ ਖਾਨ ਚੱਲਿਆ ਜਾਵਦਾ ਨਿਸ਼ਾਨ, ਦੂਰੋਂ ਚੰਦ ਦੇ ਸਮਾਨ ਟੈਕੇ ਤਾਰਾ ਗੁਰ ਦਾ। ਸੋਹਣਾ ਲੱਗੇ ਨਾਈ ਨੂੰ ਦਲਾਰਾ ਗੁਰ ਦਾ। ਸੋਹਣਾ ਨੌ ਨਿਹਾਲ ਹੱਦ ਗੇਲ ਮਨ ਤੋਂ ਵੀ ਵੱਧ, ਸਾਜੇ ਦਰਮਿਆਨ ਕੱਦ ਨਾ ਲੰਮਾ ਨਾ ਮਧੁਰਾ। ਪਾਲਿਆ ਜੋ ਆਬਾ ਮੰਨੂ ਨੂੰ ਸਪੱਧਰਾ। ਮੇਰੇ ਰੂਪ ਦੇ ਲਸੰਸਾ ਤੋਰ ਤੋਰੇ ਜਿਵੇਂ ਹੰਸਾ, ਹੀਰੇ ਜਾੜੇ ਵੇ ਤਨਸ ਬੜਾ ਪਾਰਾ ਗੁਰ ਦਾ। ਸੋਹਣਾ ਲੱਗੇ ਨਾਈ ਨੂੰ ਦਲਾਰਾ ਗੁਰ ਦਾ। ਤਨ ਗੋਰਾਂ ਦਾ ਜਰਮ ਹਿੰਦ ਦੇਸ ਦੀ ਸ਼ਰਮ, ਹੋਵੇ ਦੁਆਰੇ ਤੇ ਤਾਰਮ ਤੇ ਸ਼ਬਦ ਪੜਦੇ। ਕਾਬਲ ਕੰਧਾਰ ਦੇ ਚੜਾਵੇ ਚੜਦੇ। ਔਖੇ ਕਾਰਵਾਰ ਥਿਉਣੇ ਨਾ ਮੋਗਲਾਂ ਤੋਂ ਨਿਆਉਣੇ, ਬੜੇ ਉੱਚੇ ਮਹਿਲ ਸਿਉਣੇ ਦਾ ਚਬਾਰਾ ਗੁਰ ਦਾ। ਸੋਹਣਾ ਲੱਗੇ ਨਾਈ ਨੂੰ ਦਲਾਰਾ ਗੁਰ ਦਾ। ਗੋ ਮਾਰਿਆਂ ਦੇ ਸਾਥੀ ਮਿੱਠਾ ਖੰਡੇ ਤੋਂ ਸਵਾਥੀ, ਚੂਲੇ ਦੇ ਖੜੋਤੇ ਹਾਥੀ ਤੇ ਵਸ਼ੇਰੇ ਨੱਚਦੇ। ਇੱਥੇ ਰੱਬ ਸੁਰਗ ਬਣਾ ਤੇ ਸੱਚ ਦੇ। ਮਹਿਮਾ ਖੀੜੀ ਮੋਗੇ ਜੀਰੇ ਬੰਨੇ ਨੌਨੇ ਹਾਲ ਚੀਰੇ, ਮਾਤ ਕਰ ਦਿੰਦਾ ਹੀਰੇ ਚਮਕਾਰਾ ਗੁਰ ਦਾ। ਸੋਹਣਾ ਲੱਗੇ ਨਾਈ ਨੂੰ ਦਲਾਰਾ ਗੁਰ ਦਾ। ਸੋਹਣੀ ਬਾਦਸ਼ਾਹ ਤੋਂ ਵਾਰੀ ਸੈਨਾ ਮਾ ਸਤਾਰੇ ਗਹਿਰੀ, ਨਾਲੇ ਜੇਵਰਾਂ ਦੀ ਪਰੀ ਟੋਣੋਗੇ ਸਵਰਨਾਂ ਦੀ। ਬਾਬੂ ਆਜੂ ਲੱਜਤ ਸਗਾਈ ਕਰਨਾ ਦੀ। ਰਾਜਾ ਘਿਓ ਦੇ ਖੰਡ ਚੱਟ ਮੋੜ ਗਿਆ ਚੱਕਰ ਕੱਟ, ਰਾਜ ਮੁਗਲਾਂ ਦਾ ਕੱਟ ਜੱਟ ਸਾਰਾ ਗੁਰ ਦਾ। ਸੋਹਣਾ ਲੱਗੇ ਨਾਈ ਨੂੰ ਦਲਾਰਾ ਗੁਰ ਦਾ। ਪਿਆਰਿਓ, ਬਾਦਸ਼ਾਹ ਦਾ ਹੁਕਮ, ਬਾਦਸ਼ਾਹ ਦੀ ਇੱਜ਼ਤ ਆਪਣੇ ਦੇਸ਼ ਚ ਹੁੰਦੀ ਜਿੱਥੋਂ ਤੱਕ ਉਹਦਾ ਰਾਜ ਹੋਵੇ। ਪਰ ਜਿਹੜੇ ਪੈਗੰਬਰ ਹੁੰਦੇ ਆ, ਅਵਤਾਰ ਹੁੰਦੇ ਆ, ਮਹਾਪੁਰਸ਼ ਹੁੰਦੇ ਆ, ਉਹਨਾਂ ਨੂੰ ਵਿਸ਼ਵ ਪੂਜਦਾ, ਉਹਨਾਂ ਨੂੰ ਸੰਸਾਰ ਪੂਜਦਾ। ਰਾਜਾ ਸੋਚਣ ਲੱਗਾ ਕਿ ਸਾਡੇ ਬਾਦਸ਼ਾਹ ਦੀ ਤਾਂ ਭਾਰਤ 'ਚ ਹੀ ਮੰਨਤਾ ਹੈ, ਪਰਬਤਾ ਹੈ, ਪਰ ਇੱਥੇ ਬਹੁਤ ਸਾਰੀ ਸੰਗਤ ਕਾਬਲ ਕੰਧਾਰ ਤੋਂ ਆਈ ਹੈ, ਬੜੀਆਂ ਕੀਮਤੀ ਸਗਾਤਾਂ ਚੜਾਵਾ ਲੈ ਕੇ ਪਹੁੰਚੇ ਹਨ। ਇਸ ਕਰਕੇ ਐਦੂ ਵੱਡਾ ਘਰਾਣਾ ਕਿਹੜਾ ਹੋ ਸਕਦਾ। ਲਾਗੀਆਂ ਨੇ ਦੋ ਜਹਾਨ ਦੇ ਵਾਲੀਆਂ ਦੇ ਚਰਨਾਂ 'ਚ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਚੰਦੂ ਸ਼ਾਹ ਦੀਵਾਨ ਦੇ ਦਿੱਲੀ ਤੋਂ ਭੇਜੇ ਹੋਏ ਤੁਹਾਡੀ ਸੇਵਾ 'ਚ ਹਾਜ਼ਰ ਹੋਏ ਹਾਂ। ਇਸ ਕਰਕੇ ਤੁਹਾਡੇ ਸਾਹਿਬਜ਼ਾਦੇ ਨੂੰ ਚੰਦੂ ਸ਼ਾਹ ਦੀਵਾਨ ਦੀ ਸੁਪੁੱਤਰੀ ਦਾ ਰਿਸ਼ਤਾ ਕਰਨਾ ਚਾਹੁੰਦੇ ਹਾਂ। ਚੋਜੀ ਪਾਤਸ਼ਾਹ ਦੋ ਜਹਾਨ ਦੇ ਮਾਲਕ, ਉਹਨਾਂ ਨੇ ਕਿਹਾ ਭਾਈ ਇਹ ਗੁਰੂ ਘਰ ਹੈ, ਇੱਥੇ ਕਿਸੇ ਆਸਵੰਦ ਆਏ ਨੂੰ ਮੋੜਿਆ ਨਹੀਂ ਜਾਂਦਾ, ਨਿਰਾਸ਼ ਨਹੀਂ ਕੀਤਾ ਜਾਂਦਾ। ਇਸ ਕਰਕੇ ਪਰ ਇੰਨੀ ਗੱਲ ਹੈ ਸਾਡੇ ਵੱਲੋਂ ਤਾਂ ਹਾਂ ਹੀ ਹੈ, ਕੋਈ ਡਿੱਕਾ ਨਹੀਂ। ਇੱਕ ਵਾਰੀ ਤੁਸੀਂ ਆਪਣੇ ਮਾਲਕ ਨੂੰ ਜਾ ਕੇ ਪੁੱਛਿਆਓ। ਇੰਨੀ ਗੱਲ ਕਰਕੇ ਦੋ ਜਹਾਨ ਦੇ ਮਾਲਕ
ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਨਾਲ ਲਾਗੀ ਚਾਈ ਚਾਈ ਵਾਪਸ ਮੁੜ ਗਏ। ਹਨੇਰੇ ਹੋਏ ਪਹੁੰਚੇ। ਜਿਸ ਦਿਨ ਦਿੱਲੀ ਪਹੁੰਚੇ, ਰਾਤ ਕੱਟ ਕੇ ਸਾਜਰੇ ਹੀ ਦੀਵਾਨ ਨੂੰ ਜਾ ਸਲਾਮ ਕੀਤੇ। ਦੀਵਾਨ ਨੇ ਪੁੱਛਿਆ, ਕਿਉਂ ਭਾਈ, ਜਿਸ ਕੰਮ ਵਾਸਤੇ ਤੁਹਾਨੂੰ ਭੇਜਿਆ ਸੀ ਕੋਈ ਗੱਲ ਬਣੀ? ਉਹਨਾਂ ਨੇ ਬੜਾ ਗਿੱਬ ਕੇ ਦੱਸਿਆ। ਕਹਿਣ ਲੱਗੇ, ਸੱਚੇ ਪਾਤਸ਼ਾਹੋ, ਅਸੀਂ ਬਹੁਤ ਵਧੀਆ ਵਰ ਲੱਭ ਕੇ ਆਏ ਹਾਂ, ਬਹੁਤ ਉੱਚਾ ਘਰਾਣਾ ਟੋਲ ਕੇ ਆਏ ਹਾਂ। ਇਸ ਕਰਕੇ ਸਾਨੂੰ ਤਾਂ ਸ਼ੱਕ ਸੀ ਕਿ ਉਹਨਾਂ ਮਾਲਕਾਂ ਨੇ ਇਨਕਾਰ ਕਰ ਦੇਣਾ, ਪਰ ਏਡੇ ਦਿਆਲੂ ਹੈ, ਅਸੀਂ ਗੱਲ ਮੂੰਹ ਚੋਂ ਕੱਢੀ, ਉਹਨਾਂ ਨੇ ਉਦੋਂ ਹੀ ਪ੍ਰਵਾਨ ਕਰ ਲਈ। ਹੁਣ ਤੁਹਾਡੀ ਪ੍ਰਵਾਨਗੀ ਦੀ ਲੋੜ ਹੈ। ਪੁੱਛਿਆ, ਕਿਸ ਜਗ੍ਹਾ ਤੁਸੀਂ ਟੋਲ ਕੇ ਆਏ ਹੋ? ਜਦੋਂ ਬਾਬੇ ਨਾਨਕ ਦੀ ਗੱਦੀ ਦੇ ਬਾਰੇ ਪੰਜਵੇਂ ਥਾਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਜ਼ਿਕਰ ਆਇਆ, ਦੀਵਾਨ ਵੱਟ ਖਾ ਗਿਆ, ਮੱਥੇ 'ਚ ਤਿਉੜੀਆਂ ਪੈ ਗਈਆਂ ਤੇ ਟੁਕਮੀ ਜ਼ੁਬਾਨ ਨਾਲ ਕਹਿਣ ਲੱਗਾ, ਦੌਲਤ ਦੀ ਗੱਲ ਨਹੀਂ, ਉਹਨਾਂ ਨੇ ਤੁਹਾਨੂੰ ਚੰਗੇ ਪਕਵਾਨ, ਚੰਗਾ ਖਾਣਾ ਖਵਾਤਾ ਹੋਵੇਗਾ, ਤੁਸੀਂ ਖਾਣ ਦੇ ਭੁੱਖੇ ਹੁੰਦੇ ਹੋ, ਮੇਰੇ ਪਾਸ ਆ ਕੇ ਫੋਕੀਆਂ ਵਡਿਆਈਆਂ ਕਰਨ ਲੱਗੇ ਹੋ। ਇਸ ਲਈ ਮੈਂ ਬਾਦਸ਼ਾਹ ਦਾ ਦੀਵਾਨ, ਮੇਰਾ ਹੁਕਮ ਭਾਰਤ 'ਚ ਚੱਲੇ, ਬਾਦਸ਼ਾਹ ਤਾਂ ਸਹਿਨ ਕਰਨ ਵਾਲਾ ਹੁੰਦਾ ਹੈ। ਇਸ ਵਾਸਤੇ ਜੋ ਮੈਂ ਪਲਾਨ ਬਣਾ ਦਿਆਂ, ਜੋ ਸਕੀਮ ਬਣਾ ਦਿਆਂ, ਉਹਨਾਂ ਫਾਈਲਾਂ ਤੇ ਬਾਦਸ਼ਾਹ ਕਰ ਦੇਵੇ ਦਸਤਖਤ, ਮੇਰਾ ਹੁਕਮ ਚੱਲੇ। ਭਾਰਤ ਵਿੱਚ ਇੱਕ ਪੁਜਾਰੀ ਜਿਸ ਨੂੰ ਪੂਜਾ ਦਾ ਧਨ ਇਕੱਠਾ ਹੁੰਦਾ ਹੈ, ਇਸ ਕਰਕੇ ਮੇਰਾ ਉਹਦੇ ਨਾਲ ਕੋਈ ਮੇਲ ਨਹੀਂ ਸੀ। ਤੁਸੀਂ ਬਹੁਤ ਕੁਤਾਹੀ ਕੀਤੀ ਹੈ। ਇਹ ਤਾਂ ਤੁਸੀਂ ਇਸ ਤਰ੍ਹਾਂ ਕੀਤਾ ਹੈ ਜਿਸ ਤਰ੍ਹਾਂ ਚੁਬਾਰੇ ਦੀ ਤੇ ਮੋਰੀ ਨੂੰ ਲਾ ਦਿੱਤੀ ਹੋਵੇ। ਚੰਗੀ ਗੱਲ ਨਹੀਂ ਕੀਤੀ, ਬਹੁਤ ਝਾੜਾਂ ਪਾਈਆਂ। ਆਓ ਪਿਆਰੋ, ਜਰਾ ਤਵੱਜੋ ਨਾਲ ਤੱਕਣਾ। ਚੌਜੀ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੱਦੀ ਦੇ ਵਾਰਸ ਪੰਜਵੇਂ ਬਾਬਾ ਨਾਨਕ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਦ ਨਾਂ ਲਿਆ ਤੇ ਲਾਗੀਆਂ ਦੇ ਗਲ ਟੁੱਟ ਕੇ ਤਪਿਆ ਤਪਾਇਆ, ਭਖਿਆ ਭਖਾਇਆ, ਹੰਕਾਰ ਚ ਮਤਿਆ ਅਤੇ ਮਾਇਆ ਦੇ ਨਸ਼ੇ 'ਚ ਅੰਨਾ ਹੋਇਆ ਵਿਆ। ਦੀਵਾਨ ਸ਼ਹਿਨਸ਼ਾਹ ਗੁਰੂ ਘਰ ਨੂੰ ਕੁਝ ਉਲਟੇ ਫੁਲਟੇ ਸ਼ਬਦ ਇਸ ਤਰ੍ਹਾਂ ਕਹਿਣ ਲੱਗਾ, ਲਾਏ ਗੁਰੂ ਦਾ ਨਾਂ ਲਿਆ ਚੁਵੇ ਕਾਲਜੇ ਤੀਰ, ਸੇ ਕੁਮਾਰ ਦਾ ਦਾਨ ਤੋਂ ਹੋ ਗਿਆ ਗਰਮ ਸਰੀਰ। ਚੰਦੋ ਕੜਕੇ ਨਾਸਾਂ ਫੁੱਲੀਆਂ, ਰਤ ਦੀਆਂ ਇੰਜਾਂ ਅੱਖ ਚੋ ਡੁੱਲੀਆਂ, ਕਰਦਾ ਸਿੱਧੀਆਂ ਪੁੱਠੀਆਂ ਬੁੱਲੀਆਂ, ਗੱਜ ਕੇ ਵਰਗਿਆ ਨਾਈ ਤੇ ਕੜਕੜ ਫੱਕੜ ਤੋਲੇ ਫੜ ਕੇ ਕੁੜਮ ਜਮਾਈ ਤੇ। ਇਹ ਕੀ ਕਰਿਆ ਕਮਲਿਆ ਨਾਈਆ, ਮੇਰਾ ਫੜ ਕੇ ਕਰਤਾ ਕਾਈਆ, ਮੈਂ ਮਰ ਪੱਕਾ ਤੇ ਗੁਰ ਪਾਈਆ, ਪਰੇ ਮਰੇ ਅਕਲ ਦਿਆਨਿਆਂ ਤੋਂ, ਮੰਗਤਿਆਂ ਦੇ ਘਰ ਮੰਗਦਾ ਰਾਜੇ ਕਰਦੀ ਕੰਨਿਆ ਤੋਂ। ਮੇਰੇ ਜ਼ਿਲ੍ਹੇ ਤਹਿਸੀਲਾਂ ਠਾਣੇ ਇੱਕ ਜੇ ਕਰਤੇ ਚੰਦ ਟਟਿਆਣੇ, ਮੈਂ ਮਹਾਰਾਜਾ ਉਹ ਮੰਗ ਖਾਣੇ, ਨਾਲੇ ਉਡਾ ਦਿਆਂ ਤੀਰਾਂ ਦੇ, ਸ਼ਾਦੀ ਪੁੱਤਰੀ ਲਾਉਂਦਾ ਤੂੰ ਫੜ ਮਗਰ ਫਕੀਰਾਂ ਦੇ। ਹੋ ਜਾ ਅੱਖੀਆਂ ਤੋਂ ਕੁਝ ਓਲੇ, ਘਰ ਵਿੱਚ ਕਿਵੇਂ ਟਕਾ ਲਾਂ ਗੋਲੇ, ਦੇ ਤੂੰ ਅਰਜਨ ਦੇ ਨੂੰ ਡੋਲੇ, ਬੁਰੀ ਸਹੇੜੇ ਸੰਨਿਆਂ ਤੋਂ, ਮੰਗਤਿਆਂ ਦੇ ਘਰ ਮੰਗਦਾ ਰਾਜੇ ਕਰਦੀ ਕੰਨਿਆਂ ਤੋਂ। ਸਾਰੇ ਕਹਿਣ ਦਵਾਨ ਦੇਸ਼ਾਵਾ, ਚੌਥਾ ਮੁਗਲ ਰਾਜ ਦਾ ਪਾਵਾ, ਤੂੰ ਮੇਰੀ ਤੀਸਰ ਮੜਦਾ ਬਾਵਾ, ਤੇ ਗੱਲ ਕਰੇ ਕਸਾਰੇ ਦੀ, ਮੋਰੀ ਦੇ ਵਿੱਚ ਜੜਤੀ ਪਟਕੇ ਇੱਟ ਚਬਾਰੇ ਦੀ। ਜਾ ਪਰ ਮੋਮੋ ਠਗਣੀਏ ਜਾਤੇ, ਉਸਰੇ ਬੁਰਜ ਆਸ ਦੇ ਢਾਤੇ, ਘੁੱਗੂ ਤੋਤਿਆਂ ਨਾਲ ਰਲਾਤੇ, ਮੈਨੂੰ ਜਗ ਚੋਂ ਡੰਨਿਆਂ ਤੋਂ, ਮੰਗਤਿਆਂ ਦੇ ਘਰ ਮੰਗਦਾ ਰਾਜੇ ਕਰਦੀ ਕੰਨਿਆਂ ਤੋਂ। ਮੈਂ ਕੋਈ ਅਫਸਰ ਪਾਲਾਂ ਚਿਰਦਾ, ਮੂੰਹ ਚੋਂ ਤੇ ਰੁਗ ਰੁਗ ਝਗਦਾ ਗਿਰਦਾ, ਭੱਜਿਆ ਬੈਠਕ ਦੇ ਵਿੱਚ ਫਿਰਦਾ, ਇੱਕ ਜਾ ਟਿਕਦਾ ਲਾਲਾ ਨਾ, ਬਾਲਾ ਰੋਜਾ ਚੜ ਗਿਆ ਹੋਵੇ ਨਰਮ ਉਬਾਲਾ ਨਾ। ਦੇਵਾ 500 ਲੱਗ ਜੇ ਪਾੜਾ, ਰਾਜਾ ਮੈਂ ਪਾਲਾ ਰਜਵਾੜਾ, ਪਾਲਾ ਜੈਮਲ ਵਰਗਾ ਲਾੜਾ, ਕਿਉਂ ਨਾ ਆਰਡਰ ਮੰਨਿਆ ਤੂੰ, ਮੰਗਤਿਆਂ ਦੇ ਘਰ ਮੰਗਦਾ ਰਾਜੇ ਕਰਦੀ ਕੰਨਿਆਂ ਤੂੰ। ਮੈਨੂੰ ਖਟਤਾ ਜਗਤ ਵਾਲਾ ਮਾਂ, ਮੁੜ ਮੁੜ ਕਰੜੀਆਂ ਕਰੇ ਕਲਾਮਾਂ, ਤੂੰ ਸਿਰ ਮੁੰਨਦਾ ਫਿਰੀ ਹਜਾਮਾ, ਜਾ ਕੇ ਚੂੜਿਆਂ ਚੱਪੜਿਆਂ ਦੇ, ਹੰਸਾਂ ਨਾਲ ਰਲਾ ਤੇ ਬਗਲੇ ਗੰਦਿਆਂ ਛੱਪੜਿਆਂ ਦੇ। ਮੁਸ਼ਕਲ ਟੱਪਣਾ ਹੋ ਗਿਆ ਚੀਲਾ, ਨੀਵਾ ਕਰਤਾ ਗੋਤ ਕਬੀਲਾ, ਸਿਰ ਪਰ
ਜੁੱਤੀਆਂ ਝਾੜੂ ਪੀਲਾ ਲਾਲ ਬਦਖਸ਼ੀ ਪੰਨਿਆ ਤੂੰ ਮੰਗਤਿਆਂ ਦੇ ਘਰ ਮੰਗਦਾ ਰਾਜੇ ਕਰਦੀ ਕੰਨਿਆ ਤੂੰ ਨਾਈ ਵਾਂਗ ਸਹੋਟੇ ਸੈਂਦਾ ਮੁੜ ਮੁੜ ਉੱਠਦਾ ਮੁੜ ਮੁੜ ਬੈਂਦਾ ਜੁੱਤੀਆਂ ਲੈ ਲੈ ਭਜ ਭਜ ਪੈਂਦਾ ਗਾਲਾਂ ਕੱਜਦਾ ਕੱਢਦਾ ਖਿੱਚਦਾ ਰਿਹਾ 14-15 ਘੰਟੇ ਤੌੜੀ ਵਾਂਗੂ ਰਿਜਦਾ ਰਿਹਾ ਗੁਰਦਾ ਨਾਲਿਆ ਵੱਜ ਗਈ ਗੋਲੀ ਬਾਬੂ ਸਰਪ ਵਾਂਗ ਵਿਸਕੋਲੀ ਨਾਇਆ ਖਿਸਕੇ ਤਾਰੂ ਸੋਲੀ ਨਿਜ ਮਹਦਾਰਾ ਪੰਨਿਆ ਤੂੰ ਮੰਗਤਿਆਂ ਦੇ ਘਰ ਮੰਗਦਾ ਰਾਜੇ ਕਰਦੀ ਕੰਨਿਆ ਤੂੰ ਅਖਲਾਕ ਤੋਂ ਗਿਰੀਆਂ ਹੋਈਆਂ ਬਹੁਤ ਫਿੱਕੀਆਂ ਤੇ ਭੱਦੀਆਂ ਗੱਲਾਂ ਆਪਣੀ ਜ਼ਬਾਨ ਚੋਂ ਗੁਰੂ ਘਰ ਦੇ ਵਿਰੋਧ ਚ ਬਕਵਾਸ ਕੀਤਾ ਜੋ ਇੱਕ ਬੁੱਧੀਜੀਵੀ ਮੰਨੇ ਦੰਨੇ ਇਨਸਾਨ ਨੂੰ ਨਹੀਂ ਕਰਨੀਆਂ ਚਾਹੀਦੀਆਂ ਸੀ ਕਿਉਂ ਦੀਵਾਨ ਇੱਕ ਬਹੁਤ ਉੱਚੀ ਹਸਤੀ ਹੁੰਦੀ ਹੈ ਜੋ ਲੋਕਾਂ ਨੂੰ ਇਨਸਾਫ ਦੇਣ ਵਾਲਾ ਇੱਕ ਵਿਅਕਤੀ ਹੁੰਦਾ ਹੈ ਪਰ ਗੁੱਸਾ ਚੀਜ਼ ਹੀ ਐਸਾ ਹੈ ਉਹ ਗੁੱਸੇ ਦੇ ਵਿਰੋਧ ਦੇ ਵਿੱਚ ਆਇਆ ਹੋਇਆ ਜ਼ਾਲਮ ਆਪਣੀ ਜ਼ਬਾਨ ਤੋਂ ਇਹੋ ਜਿਹੇ ਭੈੜੇ ਸ਼ਬਦ ਕਹਿੰਦਾ ਰਿਹਾ ਦਿੱਲੀ ਦੀਆਂ ਸਿੱਖ ਸੰਗਤਾਂ ਸਰਵਣ ਕਰ ਰਹੀਆਂ ਸੀ ਗੁਰ ਕੀ ਨਿੰਦਾ ਸੁਣੇ ਨਾ ਕਾਨ ਸਤਿਕਾਰਯੋਗ ਸਤ ਸੰਗਿਓ ਕਿੱਥੇ ਬਹੁਤ ਵੱਡੀਆਂ ਆਸਾਂ ਉਹ ਲਾਗੀ ਲੈ ਕੇ ਗਏ ਸੀ ਉਹਨਾਂ ਦੀ ਸਾਰੀ ਖੁਸ਼ੀ ਗਮੀ 'ਚ ਬਦਲ ਗਈ ਅਤੇ ਉਸ ਪਾਸੇ ਧਿਆਨ ਦੇਣਾ ਇੱਕ ਪਾਸੇ ਦਿੱਲੀ ਦੀ ਸੰਗਤ ਹੈ ਦੂਸਰੇ ਪਾਸੇ ਦੀਵਾਨ ਇਸ ਦਰਬਾਰ ਨੂੰ ਬਰਖਾਸਤ ਕਰਕੇ ਸਮਾਪਤ ਕਰਕੇ ਘਰੇ ਚਲਿਆ ਗਿਆ ਆਖਰ ਜਦੋਂ ਸਾਰਾ ਪਰਿਵਾਰ ਇੱਕ ਪਾਸੇ ਹੋਵੇ ਤੇ ਇੱਕ ਬੰਦੇ ਦੀ ਵਾਹ ਨਹੀਂ ਚੱਲਦੀ ਘਰ ਵਾਲੀ ਉਸਦੀ ਬੀਬੀ ਉਸਦੀ ਨੂੰਹ ਉਸਦਾ ਸੁਪੁੱਤਰ ਹੋਰ ਸਾਰਾ ਪਰਿਵਾਰ ਉਹਨਾਂ ਨੇ ਦੀਵਾਨ ਤੇ ਜ਼ੋਰ ਪਾਇਆ ਦੀਵਾਨ ਸਾਹਿਬ ਜਿੱਥੇ ਸਾਡੀ ਇਸ ਭੈਣ ਦਾ ਇਸ ਲੜਕੀ ਦਾ ਸੰਜੋਗ ਸੀ ਉਗੜਾਇਆ ਬੁੱਧੀਜੀਵੀ ਨੀਤੀਵਾਨ ਇੱਕ ਵਾਰੀ ਜਿੱਥੇ ਹਾਂ ਕਰ ਦੇਣ ਮੁੜ ਕੇ ਨਾ ਨਹੀਂ ਕਰਦੇ ਇੱਕ ਵਾਰੀ ਥੁੱਕ ਥੁੱਕੀ ਦੁਬਾਰੇ ਚੱਟਦਾ ਨਹੀਂ ਕੋਈ ਨੀਤੀਵਾਨ ਸਿਆਣਾ ਆਦਮੀ ਇਸ ਕਰਕੇ ਜੋ ਫੈਸਲਾ ਸਾਡੀ ਭੈਣ ਦੇ ਕਰਮਾਂ ਦਾ ਸੀ ਜਾਂ ਉਸਦੇ ਘਰ ਵਾਲੀ ਦੇਵੀ ਕਹਿਣ ਲੱਗੀ ਜੋ ਮੇਰੀ ਧੀ ਦਾ ਨਿਵਸਤਾ ਸੀ ਹੋ ਗਿਆ ਖੈਰ ਸਾਰੀ ਰਾਤ ਇਹ ਝਗੜਾ ਚੱਲਦਾ ਰਿਹਾ ਦੀਵਾਨ ਨਾ ਮੰਨਿਆ ਆਖਰ ਜਦੋਂ ਸਾਰੇ ਪਰਿਵਾਰ ਦੀ ਰਾਏ ਦੇਖੀ ਤੇ ਦੀਵਾਨ ਨੂੰ ਵੀ ਉਹਨਾਂ ਦੇ ਜਿਹੜੀ ਰਾਏ ਸੀ ਉਹਨੂੰ ਪ੍ਰਵਾਨ ਕਰਨਾ ਹੀ ਪਿਆ ਇਹ ਗੱਲ ਕਹਿਤੀ ਬਈ ਚਲੋ ਤੁਹਾਡੀ ਮਰਜ਼ੀ ਹੈ ਮੈਂ ਇਸ ਗੱਲ ਤੇ ਤਾਂ ਬਹੁਤ ਨਾਰਾਜ਼ ਹਾਂ ਪਰ ਜਦੋਂ ਤੁਸੀਂ ਸਾਰੇ ਹੀ ਧੀ ਨੂੰ ਡੋਬਣਾ ਚਾਹੁੰਦੇ ਹੋ ਮੇਰੀ ਇਕੱਲੇ ਦੀ ਪੇਸ਼ਕੀ ਜਾਂਦੀ ਹੈ ਮੈਂ ਹੋਵਾਂ ਵਜ਼ੀਰ ਤੇ ਮੇਰੀ ਲੜਕੀ ਪੁਜਾਰੀਆਂ ਦੇ ਘਰੇ ਚਲੀ ਜਾਵੇ ਇਹ ਗੱਲ ਸਜਦੀ ਨਹੀਂ ਸੀ ਇਹ ਗੱਲ ਸੋਭਨੀਕ ਨਹੀਂ ਸੀ ਇਸ ਕਰਕੇ ਸਰੋਤੇ ਸੱਜਣੋ ਦਿੱਲੀ ਦੀਆਂ ਸੰਗਤਾਂ ਨੇ ਆਪਣੀ ਮੀਟਿੰਗ ਕੀਤੀ ਬਈ ਚੰਗਾ ਹੋਇਆ ਹੁਣ ਆਪਾਂ ਇਹਦੇ ਖਿਲਾਫ ਕੀ ਮਤਾ ਕਰੀਏ ਕੀ ਹੋਣਾ ਚਾਹੀਦਾ ਗੁਰੂ ਘਰ ਨੂੰ ਇਹਨਾਂ ਨੇ ਬਹੁਤ ਸਖਤ ਸ਼ਬਦ ਕਹੇ ਹਨ ਦੀਵਾਨ ਨੇ ਇਹਨਾਂ ਨੂੰ ਹਾਲੇ ਕੋਈ ਪਤਾ ਨਹੀਂ ਬਈ ਇਹ ਰਿਸ਼ਤਾ ਪ੍ਰਵਾਨ ਹੋ ਗਿਆ ਇਹ ਤਾਂ ਹੋਰ ਹੀ ਦੀਵਾਨ ਤੇ ਰੋਸ ਕਰਨ ਦੀਆਂ ਘਾੜਤਾਂ ਜਾਂ ਮਸ਼ਵਰੇ ਕਰ ਰਹੀਆਂ ਸੀ ਸਿੱਖੀ ਦਿੱਲੀ ਦੀਆਂ ਸਿੱਖ ਸੰਗਤਾਂ ਇਹਨੇ ਚਿਰ ਨੂੰ ਪ੍ਰਪਾਤ ਹੋ ਸੁਭਾ ਹੋਈ ਸਰਕਾਰੀ ਕਰਮਚਾਰੀ ਭੇਜ ਕੇ ਲਾਗੀਆਂ ਨੂੰ ਬੁਲਾਇਆ ਗਿਆ ਲਾਗੀ ਵਿਚਾਰੇ ਉਦੋਂ ਫਿਕਰ 'ਚ ਪੈ ਗਏ ਫਿਕਰਮੰਦ ਹੋ ਗਏ ਬਈ ਸਾਨੂੰ ਤਾਂ ਕੱਲ ਹੀ ਬੜੀਆਂ ਲਾਹਣਤਾਂ ਪਈਆਂ ਅੱਜ ਦੀਵਾਨ ਨੇ ਪਤਾ ਨਹੀਂ ਹੋਰ ਬਾਕੀ ਰਹਿੰਦੀ ਕਸਰ ਕੀ ਕੱਢਣੀ ਹੈ ਨਿੰਮੋ ਝਾਣੇ ਹੋਏ ਆ ਖਲੋਤੇ ਆ ਸਲਾਮ ਕੀਤੀ ਤਾਂ ਖਾਸੇ ਚਿਰ ਪਿੱਛੋਂ ਬੁੱਲ ਟੁੱਕ ਕੇ ਦੀਵਾਨ ਕਹਿੰਦਾ ਵੀ ਤੁਹਾਡੀ ਗੱਲ ਪੂਰੀ ਹੋ ਗਈ ਮੇਰੇ ਘਰ ਦੇ ਮੈਂਬਰ ਨਹੀਂ ਮੰਨੇ ਇਸ ਕਰਕੇ ਜਾਓ ਹੁਣ ਤੁਸੀਂ ਉਸ ਸਾਹਿਬਜ਼ਾਦੇ ਨੂੰ ਝੁਆਰਾ ਪਾਇਆ ਉਹ ਸਗਨ ਦੇ ਆਓ ਪਿਆਰੋ ਇੰਨੀ ਗੱਲ ਸੁਣ ਤੇ ਲਾਗੀਆਂ ਦੇ ਸਾਹ 'ਚ ਸਾਹ ਆਏ ਕਿਉਂਕਿ ਉਹ ਤਾਂ ਲੋਕ ਪਰਲੋਕ ਦੇ ਮਾਲਕ ਨਾਲ ਵਾਅਦਾ ਕਰਕੇ ਆਏ ਸੀ ਕਿ ਸੱਚੇ ਪਾਤਸ਼ਾਹ ਸੀ ਮਾਲਕ ਦੇ ਨਾਲ ਰਹਿ ਕਰਕੇ ਆਉਨੇ ਆ ਪ੍ਰਵਾਨਗੀ ਲੈ ਕੇ ਆਉਨੇ ਆ ਵੈਸੇ ਤਾਂ ਉਹਨਾਂ ਨੇ ਸਾਨੂੰ ਪਹਿਲਾਂ ਹੀ ਪ੍ਰਵਾਨਗੀ ਦੇ ਕੇ ਭੇਜਿਆ ਸਰੋਤੇ ਸੱਜਣੋ ਇਸ ਗੱਲ ਦਾ ਦਿੱਲੀ ਦੀਆਂ ਸਿੱਖ ਸੰਗਤਾਂ ਨੂੰ ਪਤਾ ਲੱਗ ਗਿਆ ਅੱਜ ਵਰਗੇ ਤਾਂ ਆਵਾਜਾਵੀ ਦੇ ਸਾਧਨ ਨਹੀਂ ਸੀ ਨਾ ਬਈ ਰਾਤ ਨੂੰ ਉੱਥੇ ਕੋਈ ਡਾਕ ਗੱਡੀ ਚੜੇ ਤੇ ਤੜਕੇ 5 ਵਜੇ ਨੂੰ ਉਹ ਡਾਕ ਅੰਮ੍ਰਿਤਸਰ ਲੈ ਜਾਵੇ ਉਦੋਂ ਤਾਂ ਨਾ ਰੇਲਾਂ ਸੀ ਨਾ ਬੱਸਾਂ ਸੀ ਨਾ ਸੜਕਾਂ ਸੀ ਨਾ ਨਹਿਰਾਂ ਸੀ ਅੱਜ ਤੋਂ 3.5 ਸਦੀਆਂ ਪਹਿਲਾਂ ਜਾਂ ਤਾਂ ਮਾਰੂਥਲ ਸੀ ਜਾਂ ਫਿਰ ਜੰਗਲ ਸੀ ਤਾਂ ਉਹਨਾਂ ਕੋਝਿਆਂ ਰਸਤਿਆਂ ਥਾਣੀ ਦੀ ਲਾਗੀ ਦੀਵਾਨ ਦੇ ਭੇਜੇ ਹੋਏ ਸਗਨ ਲੈ ਕੇ ਅੰਮ੍ਰਿਤਸਰ ਨੂੰ ਚੱਲ ਪਏ ਜਦੋਂ ਲਾਗੀਆਂ ਦੇ ਜਾਣ ਦਾ ਪਤਾ ਦਿੱਲੀ ਦੀਆਂ ਸਿੱਖ ਸੰਗਤਾਂ ਨੂੰ ਲੱਗਿਆ
उन्होंने 2 सिखां नूं उथों बेनती पत्र लिख के चोजी पातशाह नूं वो 2 सेवक भेजते भी जाओ जाके शहनशाह नूं हुणे रोक दिओ। इस हंकारी शख्स दे नाल जे रिश्ता पै गया ते बहुत भैड़ी गल होवेगी। इस करके कहिंदे आ कि ये जिहड़ी रिश्तेदारी है 3 पीढ़ियां चलन वाली हुंदी है। ये हंकारी ते गुरु घर च तां हंकार दिल च मात्र भी होवे तो उसनूं थां नहीं। ये रिश्ता निभेगा तो किवें निभेगा? चंगी गल है, हाले कच्ची गल है, इत्थे बंद किया जाए। लो प्यारो, दिल्ली की संगत ने चिट्ठी ते लिखिया, मालको चंदू शाह दीवान ने गुरु घर के खिलाफ बड़ा बकवास किया। ये हंकारी है, इसका रिश्ता ना लियो। ये दिल्ली की सारी संगत की आज जी नाल बहुत गरीबी नाल थोड़े चरना च बेनती है। लो प्यारो, अकाल तख्त अगे सजिया दीवान ते जेड़े सी दीवान शाह चंदू शाह दीवान दे लागी वो कुछ अरसा पहला अमृतसर पहुंच गए। उस पास्यों जो दिल्ली की संगत ने 2 सिख तोरे सी पत्रका दे के वो कुछ चिर मगरों पहुंचे। इन्ने चिर नूं दौआन की समाप्ति तो बाद फिर चुहारा पैना सी, सगन पैना सी। असी तुसी सारे देखते रहे हैं, अजकल तो तड़के ही मंगना हो जाता। दिन ढले अगे रोपना पैंदी सी तो पिछले पैर दे दीवान की समाप्ति बाद जदों चौंकी दे उत्ते साहबजादा हरगोबिंद साहब नूं बहाया गया, इन्ने चिर नूं पत्रका लेके दोनों सिख पहुंच गए। वो बड़े काली काली कदमी अगे दौआन की समाप्ति देख के वो बड़े फिक्रमंद होए कि सगन होता नहीं गया। एक सिख तो पूछा, उसने दसिया हाले सगन होना है। हाथ बन के गल च पल्ला पा के चोजी पातशाह के बेनती की, सच्चे पातशाह असी इसे रिश्ते के संबंध च थोड़ी सेवा च दिल्लीों पहुंचे हैं। आओ प्यारो, मैं ना कहां, हुण तुसी कविता च सरवण करोगे। दिल्ली की संगत ने चोजी पातशाह नूं बेनती पत्र च जो कुछ लिखिया इस नज़म चो आप बयान करोगे। सुन सच सहर गले गले मीटन गले खास इसदा नाता ना लियो खत कल चादर पास बल सिख दिल्ली च रहण वाले जेड़े मन गे नाराजी बात दी हो गया गन भगोला वेड़े सुन के सटोरी रात दी चिट्ठी करके मशबरा तोरी सेवक सदेहा नसदा चंदू गोरा नू बनाउंदा मोरी आप नू चबारा दसदा कहंदा आण के निवें तर लोकी दिल्ली दे देवान पारे नो लेड़ा बकरी करन पुन लोकी गुरुआं दे डेरे डारे नो के तो पहुंचे दे कणक दी बोरी ताड़ियां लगा के हसदा चंदू गोरा नू बनाउंदा मोरी आप नू चबारा दसदा जहांगीर दे बड़ा दिल पोड़िया चोगलां दा उस्ताद है आधा मंग के खजाना जोड़िया कहणगे आखिरी साध है देखी चूसल जहर दी पोरी जहर दी पोरी सार पजरीला डसदा चंदू गोरा नू बनाउंदा मोरी आप नू चबारा दसदा गल मन ला तारम द्या मंदरा कनारा कर पट्टी में से तो करे गोरा दिन खेदी चंदरा हो किया मैं देश तो मोड़ो शागण सना दो कोरी मोलक बथेरा वसदा चंदू गोरा नू बनाउंदा मोरी आप नू चबारा दसदा चंदू खोटा तू भजन दा शौकी मोला है ना मिठे तुरशदा फर जंद नू बैठा के चौकी नाता ले लो पहले पुरुषदा बाबू दे दे कवता दी लोरी चार दे जेउण जसदा चंदू गोरा नू बनाउंदा मोरी आप नू चबारा दसदा गुरु चरना दे भौरे गुरु रूप साध संगत जी
ਦਿੱਲੀ ਦੀ ਸੰਗਤ ਵੰਨਿਓ ਇਹ ਬੇਨਤੀ ਪੱਤਰ ਅੰਮ੍ਰਿਤਸਰ ਦਰਬਾਰ ਸਾਹਿਬ 'ਚ ਪਹੁੰਚ ਗਿਆ। ਚੋਜੀ ਪਾਤਸ਼ਾਹ ਨੂੰ ਪੜ੍ਹ ਕੇ ਇੱਕ ਸਿੱਖ ਨੇ ਪੱਤਰਕਾ ਸੁਣਾਈ ਤੇ ਦੋ ਜਹਾਨ ਦੇ ਮਾਲਕਾਂ ਦੇ ਅੱਖਾਂ 'ਚ ਪਿਆਰ ਦੇ ਆਂਸੂ ਆ ਗਏ। ਉਹਨਾਂ ਨੇ ਲਾਗੀਆਂ ਨੂੰ ਬੁਲਾ ਕੇ ਕਹਿ ਦਿੱਤਾ, ਭਾਈ ਚੰਦੂ ਸ਼ਾਹ ਦੀਵਾਨ ਦਾ ਜਿਸ ਤਰ੍ਹਾਂ ਲੜਕੀ ਦਾ ਸਗਨ ਲੈ ਕੇ ਆਏ ਹੋ ਤੇ ਉਸ ਤਰ੍ਹਾਂ ਹੀ ਲੈ ਜਾਓ। ਉਹਨਾਂ ਲਾਗੀਆਂ ਨੇ ਗਲ 'ਚ ਪੱਲਾ ਪਾ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹੋ ਅਸੀਂ ਬੜੀ ਦੁਬਿਧਾ 'ਚ ਪੈ ਗਏ। ਪਹਿਲਾਂ ਤਾਂ ਚੰਦੂ ਸ਼ਾਹ ਨੇ ਜੋ ਗੱਲਾਂ ਦੀਵਾਨ ਨੇ ਸਾਨੂੰ ਜੋ ਗੱਲਾਂ ਕਹੀਆਂ ਇਹ ਝੂਠੀਆਂ ਨਹੀਂ, ਪੱਤਰਕਾਰ ਜੋ ਲਿਖੀਆਂ ਠੀਕ ਹੈ। ਉਸ ਤੋਂ ਬਾਅਦ ਸਾਰੇ ਪਰਿਵਾਰ ਨੇ ਰਲ ਕੇ ਇਹ ਰਿਸ਼ਤਾ ਪ੍ਰਵਾਨ ਕੀਤਾ ਸੀ ਤੇ ਸਾਡੇ ਸਾਹ 'ਚ ਸਾਹ ਆਇਆ ਸੀ ਕਿ ਅਸੀਂ ਗੁਰੂ ਸਾਹਿਬ ਦੇ ਕਿਸ ਤਰ੍ਹਾਂ ਮੱਥੇ ਲੱਗਾਂਗੇ। ਹੁਣ ਚੋਜੀ ਪਾਤਸ਼ਾਹ ਸਾਨੂੰ ਤੁਸੀਂ ਜਵਾਬ ਦੇ ਰਹੇ ਹੋ, ਹੁਣ ਚੰਦੂ ਮੈਨੂੰ ਸਾਡੇ ਨਾਲ ਸਾਡੇ ਕਿਸ ਤਰ੍ਹਾਂ ਪੇਸ਼ ਆਵੇਗਾ। ਅਸੀਂ ਬੜੇ ਦੁਬਿਧਾ 'ਚ ਪਏ ਹਾਂ, ਕਿਰਪਾ ਕਰੋ, ਮਿਹਰ ਕਰੋ। ਇਹ ਹੁਣ ਗੱਲ ਉਸਰੀ ਇਸਰਾਈ, ਤੁਸੀਂ ਢਾਵੋ ਨਾ, ਇਨਕਾਰ ਨਾ ਕਰੋ। ਚੋਜੀ ਪਾਤਸ਼ਾਹ ਕਹਿੰਦੇ ਆ, ਭਾਈ ਉਹ ਬਹੁਤ ਵੱਡਾ ਹੈ, ਸਾਨੂੰ ਵਿਅਕਤੀਗਤ ਤੇ ਕੁਝ ਵੀ ਕਹਿ ਲੈਂਦਾ ਅਸੀਂ ਬਰਦਾਸ਼ਤ ਕਰ ਜਾਂਦੇ, ਪਰ ਜਿਹੜੀ ਉਹਨਾਂ ਨੇ ਗੱਲ ਗੁਰੂ ਘਰ ਨੂੰ ਕਹੀ ਹੈ, ਇਹ ਤਾਂ ਮੇਰਾ ਸਕਾ ਪੁੱਤਰ ਵੀ ਕਹੇ ਤਾਂ ਮੈਂ ਉਸ ਨੂੰ ਮਾਫ ਨਹੀਂ ਕਰ ਸਕਦਾ। ਇਸ ਕਰਕੇ ਸੰਗਤ ਦਾ ਬਚਨ ਬਹੁਤ ਉਚੇਰਾ ਹੈ, ਅਸੀਂ ਇਸ ਨੂੰ ਟਾਲ ਨਹੀਂ ਸਕਦੇ, ਰਿਸ਼ਤਾ ਨਹੀਂ ਹੋ ਸਕਦਾ, ਇਹ ਨਾਮੁਮਕਿਨ ਗੱਲ ਆ, ਨਾ ਹੋਣ ਵਾਲੀ। ਗੁਰੂ ਦੀ ਸਾਜੀ ਨਿਵਾਜੀ ਸਾਧ ਸੰਗਤ ਜੀ, ਸਮਾਂ ਹੋਣ ਵਾਲਾ ਹੈ। ਆਹੀ ਕਵਿਤਾ ਕਹਿ ਕੇ ਸਮਾਪਤ ਕਰਾਂਗੇ। ਕੱਲ ਦੇ ਦੀਵਾਨ 'ਚ ਅਗਲਾ ਹਿੱਸਾ ਕਵਾਂਗੇ। ਤਵੱਜੋ ਨਾਲ ਸਰਵਨ ਕਰਿਓ। ਚੋਜੀ ਪਾਤਸ਼ਾਹ ਨੂੰ ਕੁਝ ਗੁੱਸਾ ਆ ਗਿਆ, ਭਾਵੇਂ ਸ਼ਾਂਤੀ ਦੇ ਪੁੰਜ ਸੀ, ਆਖਰ ਗੁੱਸਾ ਆ ਜਾਂਦਾ। ਆਖਰ ਕਹਿੰਦੇ ਨੇ ਕਿ ਜਿਹੜੀ ਜਵਾਲਾ ਹੈ, ਅੱਗ ਹਰ ਜਗ੍ਹਾ ਵਿਆਪਕ ਹੈ, ਬਿਰਛ ਤੁਹਾਨੂੰ ਦਿਸਦੇ ਹੈ, ਇਸ ਨੂੰ ਕੱਟੋ, ਹਰੇ ਹੈ, ਪਰ ਅੱਗ ਇਸ ਵਿੱਚ ਵੀ ਹੈ। ਉਹ ਉਸ ਨੂੰ ਪੈਦਾ ਕਰਨ ਦਾ ਤਰੀਕਾ ਕੋਈ ਵੱਖਰਾ ਹੈ, ਪਰ ਇਹ ਤੁਹਾਨੂੰ ਮੰਨਣਾ ਪਵੇਗਾ, ਅੱਗ ਦਾ ਪ੍ਰਵੇਸ਼ ਹਰ ਜਗ੍ਹਾ ਹੈ। ਆਓ ਤਵੱਜੋ ਨਾਲ ਤੱਕਣਾ। ਚੋਜੀ ਪਾਤਸ਼ਾਹ ਦੋ ਜਹਾਨ ਦੇ ਮਾਲਕ ਚੰਦੂ ਸ਼ਾਹ ਦੀਵਾਨ ਦੇ ਉਹਨਾਂ ਲਾਗੀਆਂ ਨੂੰ ਕੋਈ ਗੱਲਾਂ ਕਹਿੰਦੇ ਆ, ਆਹ ਗੱਲਾਂ ਜਾ ਕੇ ਆਪਣੇ ਮਾਲਕ ਨੂੰ ਦੱਸ ਦਿਓ, ਮੇਰਾ ਨੌ ਨਿਹਾਲ ਹਾਲੇ 11 ਸਾਲ ਦਾ, ਦੁੱਧ ਨੰਦੀਆਂ, ਇਹਨੂੰ ਕੋਈ ਰਿਸ਼ਤਿਆਂ ਦਾ ਘਾਟਾ ਨਹੀਂ। ਤੋ ਇਤਿਹਾਸਕਾਰ ਲਿਖਦੇ ਹਨ, ਉਸੇ ਦੀਵਾਨ ਚੋਂ ਕਈ ਸਿੱਖ ਉੱਠੇ ਜਿਨ੍ਹਾਂ ਨੇ ਕਿਹਾ, ਸੱਚੇ ਪਾਤਸ਼ਾਹ ਸੀ ਰਿਸ਼ਤਾ ਕਰਨ ਲਈ ਤਿਆਰ ਹੈ। ਆਓ ਇਸ ਨਜ਼ਮ ਦੇ ਵਿੱਚੋਂ ਸਾਰਾ ਕੁਝ ਆਪ ਸਰਵਣ ਕਰੋਗੇ। ਜਾਂ ਚੌਂਕੀ ਤੇ ਬਹਿ ਗਿਆ ਗੁਰੂ ਸਾਹਿਬ ਦਾ ਲਾਲ, ਉਹ ਖੁਫਿਆ ਖਤ ਪਹੁੰਚ ਗਿਆ ਜਿਗਰ ਕੋ ਜਾਲ। ਉਹ ਹਾਂ ਬੇ ਜਿਉਂ ਜੇ ਸੁਣ ਵਾਜੂਗਾ ਸੁਵਾਦ ਸਾਖੀ ਦੇ ਦਿੱਤੀ ਦਵੈ ਤ ਕੱਢ ਮੈਂ। ਗੁਰੂ ਗੁੱਸਾ ਮੰਨ ਗਏ ਚੰਦੂ ਦੀ ਆਖੀ ਦਾ, ਪੁੱਤਰ ਵਿਆਲੂ ਅੱਡ ਮੈਂ। ਉਹ ਲੱਗੇ ਦੁੱਧ ਪੀਣ ਨੂੰ ਸਵਾਦ ਚਾਟਣਾ, ਜਿਹੜਾ ਕ ਦਿੰਦੇ ਰਿੰਦਲੋਂ ਜੀਵੇ ਨੌ ਨਿਹਾਲ ਵੰਨੀਆਂ ਦਾ ਘਾਟਾ ਨਾ ਸੋਹਣੇ ਹਰ ਗੋਬਿੰਦ ਨੂੰ। ਆਦੇ ਦੁੱਧ ਦੀਆਂ ਦੰਦੀਆਂ ਹਮਾਰਾ ਬਾਲਾ ਜੀ ਕਦੇ ਜਵਾਨ ਹੋਣਾ ਹੈ। ਮੇਰੀਆਂ ਅੱਖਾਂ ਤੋਂ ਦੇਖ ਮੇਰਾ ਲਾਲ ਜੀ ਕ੍ਰਿਸ਼ਨ ਤੋਂ ਵੀ ਸੋਹਣਾ ਹੈ। ਉਹ ਬੁਰਾ ਕਹਿ ਨਾ ਸਕਦੇ ਨਿਸ਼ੰਗ ਲਾਟਾ ਨਾ, ਪਿਤਾ ਦੀ ਜਾਨ ਜਿੰਦ ਨੂੰ ਜੀਵੇ ਨੌ ਨਿਹਾਲ ਵੰਨੀਆਂ ਦਾ ਘਾਟਾ ਨਾ ਸੋਹਣੇ ਹਰ ਗੋਬਿੰਦ ਨੂੰ। ਆਦੇ ਹੋਰ ਬਹੁਤ ਚੱਲਾਂ ਚ ਸ਼ਿਕਾਰ ਸ਼ੇਰਾਂ ਦਾ ਕਰੇ ਕਲਾਮ ਚੜ ਮੈਂ। ਚੰਦੂ ਕੀ ਵੇਗੜਿਆ ਡੁੱਲਿਆ ਵਿਆ ਬੇਰਾਂ ਦਾ ਉਠਾ ਕੇ ਪਾਲਾ ਲਾੜ ਮੈਂ। ਅਸੀਂ ਪਾਈ ਫੇਰ ਦੇ ਪੱਲੇ ਦੀ ਆਟਾ ਨਾ, ਤੂੰ ਨਿੰਦ ਦਾ ਬਲਿੰਦ ਨੂੰ ਜੀਵੇ ਨੌ ਨਿਹਾਲ ਵੰਨੀਆਂ ਦਾ ਘਾਟਾ ਨਾ ਸੋਹਣੇ ਹਰ ਗੋਬਿੰਦ ਨੂੰ। ਕਹਿੰਦੇ ਤੀਰ ਮਾਰ ਕੱਢਤਾ ਸਰੀਰ ਦੇ ਵਿੱਚੋਂ ਹੈ ਤੇਜ ਤਲਵਾਰ ਤੋਂ। ਇੱਕ ਸਾਕ ਹੁੰਦਾ ਕਸ਼ਮੀਰ ਦੇ ਵਿੱਚੋਂ ਤੇ ਦੂਸਰਾ ਕੰਧਾਰ ਤੋਂ। ਉਹ ਕੋਣ ਦੇ ਸਕੀਰੀ ਮਾਰਨਾ ਫਰਾਟਾ ਨਾ, ਚੜਾ ਨੂੰ ਜਨ ਸਿੰਧ ਨੂੰ, ਚੜਾ ਨੂੰ ਜਨ ਸਿੰਧ ਨੂੰ ਜੀਵੇ ਨੌ ਨਿਹਾਲ ਵੰਨੀਆਂ ਦਾ ਘਾਟਾ ਨਾ ਸੋਹਣੇ ਹਰ ਗੋਬਿੰਦ ਨੂੰ। ਕਹਿੰਦੇ ਹਾਲੇ ਕਾਕੇ ਕਾਕੀ ਦੇ ਪੜੇ ਆਨੰਦ ਨਾ, ਤੁਮਾਰਾ ਸਾਕ ਕੱਚਾ ਹੈ। ਹੱਥਾਂ ਨਾਲ ਖੁੱਲ ਜੇ ਲਗਾਏ ਦੰਦ ਨਾ, ਕਿਸੇ ਦਾ ਵਾਕ ਸੱਚਾ ਹੈ। ਫੇਰ ਨਿਉਲੇ ਵਾਂਗਰਾ ਫਲਾਉਣਾ ਘਾਟਾ ਨਾ, ਛੜਾ ਛਡਾਉਂਦਾ ਬਿੰਦ ਨੂੰ ਜੀਵੇ ਨੌ ਨਿਹਾਲ ਵੰਨੀਆਂ ਦਾ ਘਾਟਾ ਨਾ ਸੋਹਣੇ ਹਰ ਗੋਬਿੰਦ ਨੂੰ। ਉਹ ਹਾਂ ਬਈ ਅੰਮ੍ਰਿਤ ਸਰ ਮੈਂ ਕਦੀ ਚਮੇਲੀਏ, ਤੂੰ ਪਹਾੜਿਆ ਗੁੱਗਲ ਦਿਆਂਗਾ, ਤੇਰੇ ਜਹਾਂਗੀਰ ਨੂੰ ਬਲਾ ਕੇ ਬੇਲੀਏ, ਚੋਲੀ ਚੁੱਕਾ ਮੁਗਲ ਦਿਆਂ। ਤੂੰ ਮਾਰਾ ਜਮਾ ਮਾਰਾ ਤੇ ਗੁਰੂ ਜਲਾਟਾ ਨਾ, ਓਏ ਨਾ ਕਰਾ ਪਸੰਦ ਨੂੰ ਜੀਵੇ ਨੌ ਨਿਹਾਲ ਵੰਨੀਆਂ ਦਾ ਘਾਟਾ ਨਾ ਸੋਹਣੇ ਹਰ ਗੋਬਿੰਦ ਨੂੰ। ਪਿਆਰੋ ਸਵਾ